वैसे तो ਜਿਹੜੀਆਂ ਸਾਡੀਆਂ 10 ਪਾਤਸ਼ਾਹੀਆਂ ਆ, ਜਿਹੜਾ ਸਿੱਖ ਇਤਿਹਾਸ ਆ, ਸਾਰੇ ਨੂੰ ਫੋਲ ਕੇ ਦੇਖ ਲਿਓ, ਤੁਹਾਨੂੰ ਕਿਤੇ ਨਾ ਕਿਤੇ ਜਿਹੜੀ ਕੋਤਾਹੀ ਆ ਨਾ ਉਹ ਲੱਭੇ ਹੋਣੀ। ਤੁਹਾਨੂੰ ਲੱਗਣਾ ਆ ਵੀ ਯਾਰ ਜੇ ਇਹ ਕੁਛ ਕਰਦੇ ਰਹੇ ਆ ਗੁਰੂ ਸਾਹਿਬ ਤੇ ਅਸੀਂ ਉਹਨਾਂ ਨੂੰ ਮਹਾਨ ਕਿੱਦਾਂ ਕਹਿੰਦੇ ਆ। ਜਿਹੜੇ ਆਗੂ ਇੱਦਾਂ ਦੇ ਫੈਸਲੇ ਲੈਂਦੇ ਸੀ, ਉਹਨਾਂ ਦੇ ਵਿੱਚ ਕੀ ਸੀ ਜਿਹਨੂੰ ਅਸੀਂ ਦੁਨੀਆ ਦੇ ਵਿੱਚ ਅਦੁੱਤੀ ਕਹਿੰਦੇ ਆ, ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਆ ਵੀ ਅਵਤਾਰ ਸੀ, ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਵੀ ਰੱਬ ਦਾ ਰੂਪ ਸੀ, ਉਹ ਬੜੇ ਖਾਸ ਸੀ। ਉਹ ਜਿਹਨੂੰ ਅਸੀਂ ਇਹ ਕਹਿੰਦੇ ਆ ਵੀ ਇੰਨੇ ਜਨਮ ਭਗਤੀ ਕਰਕੇ ਫਿਰ ਉਹ ਮਿਲਿਆ, ਅਸੀਂ ਤਾਂ ਉਹਨਾਂ ਦੇ ਦਰਸ਼ਨ ਕਰਨ ਵਾਲਿਆਂ ਨੂੰ ਵੀ ਮਹਾਨ ਦੱਸੀ ਜਾਂਦੇ ਆ। 10ਵੇਂ ਪਾਤਸ਼ਾਹ ਨਾਲ ਸੰਬੰਧਿਤ ਜਿਹੜੀ 9ਵੇਂ ਪਾਤਸ਼ਾਹ ਦੀ ਸ਼ਹੀਦੀ ਦੀ ਘਟਨਾ ਆ, ਵੈਸੇ ਤਾਂ ਉਹਨਾਂ ਦਾ 10ਵੇਂ ਪਾਤਸ਼ਾਹ ਦਾ ਸਾਰਾ ਜੀਵਨ ਹੀ ਜਿਹੜਾ ਹੈ ਨਾ ਉਸ ਚੀਜ਼ ਦੇ ਉੱਤੇ ਖੜਾ ਆ, ਪਰ ਜਿਹੜੀ 9ਵੇਂ ਪਾਤਸ਼ਾਹ ਦੀ ਸ਼ਹੀਦੀ ਆ ਉਹਦੇ ਬਾਬਤ ਆਪਾਂ ਥੋੜ੍ਹੀ ਜਿਹੀ ਵਿਚਾਰ ਕਰਨੀ ਤੁਹਾਡੇ ਨਾਲ 2-4 ਮਿੰਟ। ਉਹ ਤੋਂ ਬਾਅਦ ਜੇ ਕਿਸੇ ਨੇ ਕੋਈ ਆਪਣਾ ਪੱਖ ਰੱਖਣਾ ਹੋਇਆ ਤੇ ਉਹ ਰੱਖ ਲਊਗਾ, ਪਰ ਸਰੋਤਿਆਂ ਨੂੰ ਬੇਨਤੀ ਆ ਵੀ ਤੁਸੀਂ ਜ਼ਰੂਰ ਇਹਨੂੰ ਇੱਕ ਵਾਰ ਵਿਚਾਰ ਕੇ ਦੇਖਿਓ ਵੀ ਇੱਕ ਨਜ਼ਰੀਆ ਉਹ ਆ ਜਿਹੜਾ ਸਾਨੂੰ ਦਿੱਤਾ ਗਿਆ ਆ ਤੇ ਇੱਕ ਨਜ਼ਰੀਆ ਉਹ ਆ ਜਿਹੜਾ ਆਪਾਂ ਅੱਜ ਵਿਚਾਰਨਾ ਆ। ਤੇ ਉਹ ਪੈਕੇਜ ਜਿਹੜਾ ਹੈ ਨਾ ਸਾਰਾ, ਜਿਹੜਾ ਨਜ਼ਰੀਆ ਦਿੱਤਾ ਗਿਆ, ਜਿੱਦਾਂ ਇਤਿਹਾਸ ਸਾਡੇ ਤੇ ਲੈ ਕੇ ਆਂਦਾ ਆ, ਜੇ ਉਹਨੂੰ ਐਕਸੈਪਟ ਕਰਦੇ ਆ ਤਾਂ ਅਸੀਂ ਕਿੱਥੇ ਖੜੇ ਆ। ਜੇ ਆਪਾਂ ਕਾਮਨ ਸੈਂਸ ਦੇ ਨਾਲ ਥੋੜਾ ਜਿਹਾ ਗੁਰੂ ਸਾਹਿਬ ਦੀਆਂ ਉਹ 9ਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਦੀਆਂ ਘਟਨਾਵਾਂ ਤੇ ਉਹ ਤੋਂ ਪਹਿਲਾਂ ਜੋ ਕੁਛ ਹੋਇਆ, ਜਿੱਦਾਂ ਦਾ ਕਿਰਦਾਰ ਅਸੀਂ ਦੱਸਣਾ ਚਾਹੁੰਦੇ ਆ, ਈਵਨ ਜਿਨ੍ਹਾਂ ਨੇ ਇਹ ਘਟਨਾਵਾਂ ਲੈ ਕੇ ਆਉਂਦੀਆਂ ਉਹਨਾਂ ਦਾ ਲਿਖਿਆ ਹੋਇਆ ਇਤਿਹਾਸ ਵੀ, ਜਿਹੜੀਆਂ ਗੁਰੂ ਸਾਹਿਬ ਦੀਆਂ ਵਿਸ਼ੇਸ਼ਤਾਵਾਂ 10ਵੇਂ ਪਾਤਸ਼ਾਹ ਦੇ ਜੀਵਨ ਦੀ ਜਦੋਂ ਗੱਲ ਕਰਦੇ ਨਾ, ਜੇ ਉਹਨਾਂ ਦੇ ਜੀਵਨ ਵਿੱਚੋਂ ਅਨੰਦਪੁਰ ਦਾ ਛੱਡਣਾ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਚਮਕੌਰ ਦਾ ਸਾਕਾ ਜਿਹੜਾ ਹੈ ਉਹ ਕੱਢ ਦਈਏ ਤੇ ਤੁਸੀਂ ਬਾਕੀ ਜੀਵਨ ਪੜ੍ਹ ਕੇ ਦੇਖ ਲਓ। ਜਦੋਂ ਵੀ 10ਵੇਂ ਪਾਤਸ਼ਾਹ ਦੀ ਗੱਲ ਆਉਂਦੀ ਆ ਤੇ ਉਹ ਘਟਨਾਵਾਂ ਦਾ ਜ਼ਿਕਰ ਕਰਨਾ ਹੀ ਪੈਂਦਾ ਆ। ਠੀਕ ਹੈ, ਹੁਣ ਉਹਨਾਂ ਘਟਨਾਵਾਂ ਨੂੰ ਨਾਲ ਜੋੜ ਕੇ 10ਵੇਂ ਪਾਤਸ਼ਾਹ ਦਾ ਜਿੰਨਾ ਜੀਵਨ ਇਹਨਾਂ ਨੇ ਦਿੱਤਾ ਸਾਨੂੰ ਸਾਰੇ ਨੂੰ ਇਕੱਠੇ ਨੂੰ ਲੈ ਕੇ ਤੇ ਫਿਰ ਜਿਹੜੀ 9ਵੇਂ ਪਾਤਸ਼ਾਹ ਦੀ ਸ਼ਹੀਦੀ ਵਾਲੀ ਘਟਨਾ ਹੈ ਉਹਦੇ ਨਾਲ ਜੋੜ ਕੇ ਦੇਖੀਏ। ਠੀਕ ਹੈ, ਨਜ਼ਰੀਆ ਜਿਹੜਾ ਸਾਨੂੰ ਇਹ ਨਹੀਂ ਦਿੱਤਾ ਜਿੱਦਾਂ ਉਹ ਘਟਨਾ ਦਿੱਤੀ ਹੈ ਸਾਨੂੰ, ਵੀ 9ਵੇਂ ਪਾਤਸ਼ਾਹ ਅਨੰਦਪੁਰ ਤੋਂ ਚਾਹੇ ਉਹ ਪ੍ਰਚਾਰ ਦੇ ਦੌਰੇ ਤੇ ਗਏ ਆ, ਚਾਹੇ ਉਹ ਆਪ ਮਿਲਣ ਗਏ ਆ, ਇਤਿਹਾਸ ਇਹ ਕਹਿੰਦਾ ਵੀ ਔਰੰਗਜ਼ੇਬ ਜੰਮੂ ਕਸ਼ਮੀਰ ਦੇ ਹਿੰਦੂਆਂ ਦੇ ਪੰਡਤਾਂ ਦੇ ਜਨੇਊ ਲਾ ਰਿਹਾ ਸੀਗਾ ਤੇ ਉਹ ਗਏ ਆ 9ਵੇਂ ਪਾਤਸ਼ਾਹ ਦੇ ਕੋਲ ਵੀ ਗੁਰੂ ਸਾਹਿਬ ਬਾਦਸ਼ਾਹ ਕਹਿੰਦਾ ਜੇ ਤੁਹਾਡਾ ਆਗੂ ਮੇਰੇ ਨਾਲ ਗੱਲ ਕਰ ਲੈ, ਆਪਣਾ ਸੀਸ ਦੇਣ ਲਈ ਤਿਆਰ ਹੋ ਜਾਏ ਤਾਂ ਮੈਂ ਤੁਹਾਨੂੰ ਬਾਕੀਆਂ ਨੂੰ ਸਾਰਿਆਂ ਨੂੰ ਛੱਡ ਦੂੰਗਾ, ਵੀ ਤੁਹਾਡੇ ਤੋਂ ਵੱਡਾ ਆਗੂ ਕੋਈ ਨਹੀਂ ਹੈਗਾ। ਗੋਬਿੰਦ ਰਾਏ ਨੂੰ ਪੁੱਛਦੇ ਆ, ਉਹ ਵੀ ਕਹਿੰਦੇ ਆ ਵੀ ਨਹੀਂ ਗੁਰੂ ਸਾਹਿਬ ਇਹ ਤਾਂ ਬੜਾ ਪਰਉਪਕਾਰ ਦਾ ਕੰਮ ਆ, ਤੇ ਉਹ ਚਲੇ ਜਾਂਦੇ ਆ ਆਪ ਨਾਲ। 3 ਸਿੱਖਿਆ ਸਿੱਖ ਹੋਰ ਵੀ ਬਹੁਤ ਸਾਰੇ ਉਹਨਾਂ ਨੂੰ ਮੋੜ ਦਿੰਦੇ ਆ। 3 ਸਿੱਖਿਆ ਭਾਈ ਦਿਆਲਾ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਦਿੱਲੀ ਦਾ ਚਾਂਦਨੀ ਚੌਂਕ ਜਿੱਥੇ ਉਹਨਾਂ ਦੀ ਸ਼ਹੀਦੀ ਹੁੰਦੀ ਆ, ਇੱਕ ਸਿੱਖ ਨੂੰ ਰੂੰ 'ਚ ਲਪੇਟ ਕੇ ਅੱਗ ਲਾਈ ਜਾਂਦੀ ਆ, ਇੱਕ ਨੂੰ ਦੇਗ 'ਚ ਬਾਲਿਆ ਜਾਂਦਾ, ਇੱਕ ਨੂੰ ਆਰੇ ਨਾਲ ਚੀਰਿਆ ਜਾਂਦਾ। ਉਹ ਤੋਂ ਬਾਅਦ 9ਵੇਂ ਪਾਤਸ਼ਾਹ ਦਾ ਸੀਸ ਕਤਲ ਕਰਦੇ ਆ। ਉਹ ਉਹਨਾਂ ਦੀ ਵਾਰਤਾਲਾਪ ਲੰਬੀ ਚੌੜੀ ਸੂਰਜ ਪ੍ਰਕਾਸ਼ ਨੇ ਲਿਖੀ, ਬਾਕੀ ਗ੍ਰੰਥਾਂ ਨੇ ਵੀ ਲਿਖੀ ਆ। ਤੇ ਉਹ ਸੀਸ ਕਤਲ ਹੋਣ ਤੋਂ ਬਾਅਦ ਉਹਨਾਂ ਦੇ ਕੀ ਹੁੰਦਾ ਵੀ ਇੱਕ ਸਿੱਖ ਦਿੱਲੀ ਜਿੱਥੇ ਗੁਰਦੁਆਰਾ ਰਕਾਬਗੰਜ ਬਣਿਆ ਆ, ਲੱਖੀ ਸ਼ਾਹ ਬਣਜਾਰਾ ਜਿਹਨੂੰ ਕਹਿੰਦੇ ਆ, ਉਹ ਲੱਕੜਾਂ ਦਾ ਵਪਾਰ ਕਰਦਾ, ਢੋਆ ਢੁਆਈ ਕਰਦਾ ਆ। ਉਹ ਉੱਥੋਂ ਗੱਡੇ ਇੱਕਦਮ ਆਪਣੇ ਲੈ ਕੇ ਲੰਘਦਾ, ਮਿੱਟੀ ਧੂੜ ਉੱਠ ਖੜਦੀ ਆ, ਰੌਲਾ ਪੈ ਜਾਂਦਾ ਤੇ ਉਹ ਧੜ ਗੁਰੂ ਸਾਹਿਬ ਦਾ ਉਹਦੇ ਵਿੱਚ ਰੱਖ ਕੇ ਲੈ ਜਾਂਦਾ। ਉਹ ਆਪਣੇ ਘਰ ਨੂੰ ਲਿਜਾ ਕੇ ਅੱਗ ਲਾਉਂਦਾ, ਉੱਥੇ ਸੰਸਕਾਰ ਕਰ ਦਿੰਦਾ। ਤੇ ਭਾਈ ਜੈਤਾ ਜਿਹੜਾ ਕਿ ਇੱਕ ਖਾਸ ਬਰਾਦਰੀ ਨਾਲ, ਜਿਹਨੂੰ ਰੰਗਰੇਟਾ ਕਿਹਾ ਜਾਂਦਾ, ਉਹਦੇ ਨਾਲ ਸੰਬੰਧਿਤ ਆ, ਉਹ ਸੀਸ ਲੈ ਕੇ ਉੱਥੋਂ ਆਉਂਦਾ ਆ ਅਨੰਦਪੁਰ ਨੂੰ। ਤੇ ਉੱਥੇ ਮਾਤਾ ਗੁਜਰੀ ਵੀ ਬੈਠੇ ਆ, 10ਵੇਂ ਪਾਤਸ਼ਾਹ ਬੈਠੇ ਆ, ਉਹ ਗੋਦੀ 'ਚ ਲਿਆ ਕੇ ਸੀਸ ਰੱਖਦਾ ਤਾਂ ਗੁਰੂ ਸਾਹਿਬ ਨੂੰ ਛਾਤੀ ਨਾਲ ਲਾ ਕੇ ਕਹਿੰਦੇ ਰੰਗਰੇਟਾ ਗੁਰੂ ਕਾ ਬੇਟਾ। ਠੀਕ ਹੈ ਜੀ, ਉੱਥੇ ਇਤਿਹਾਸ ਨੇ ਕੋਈ ਜ਼ਿਕਰ ਨਹੀਂ ਕੀਤਾ ਵੀ ਮਾਤਾ ਜੀ ਨੇ ਪੁੱਛਾਂ। ਇੱਕ ਪੁੱਛਦੇ ਆ 10ਵੇਂ ਪਾਤਸ਼ਾਹ ਵੀ ਭਾਈ ਉੱਥੇ ਮੈਨੂੰ ਦੱਸ ਉੱਥੇ ਬਾਰੇ ਕੀ, ਤੇ ਉਹ ਇਹੀ ਕਹਿੰਦਾ ਵੀ ਜੀ ਸਿੱਖ ਤਾਂ ਬਹੁਤ ਸੀਗੇ ਉੱਥੇ, ਪਰ ਉਹ ਕੋਈ ਸਾਹਮਣੇ ਨਹੀਂ ਆਇਆ, ਕਿਸੇ ਨੇ ਹਿੰਮਤ ਨਹੀਂ ਕੀਤੀ ਤੇ ਲੁਕੇ ਲੁਕੇ ਫਿਰਦੇ ਸੀ, ਪਛਾਣ ਨਹੀਂ ਸੀ ਹੁੰਦੇ। ਤੇ ਗੁਰੂ ਸਾਹਿਬ ਕਹਿੰਦੇ ਵੀ ਮੈਂ ਐਸਾ ਸਿੱਖ ਸਾਜ ਦਊਂਗਾ ਜਿਹੜਾ ਲੱਖਾਂ ਕਰੋੜਾਂ ਚੋਂ ਬੈਠਾ ਵੀ ਪਛਾਣਿਆ ਜਾਊਗਾ। ਉੱਥੇ ਕਿਤੇ ਵੀ ਇਹ ਨਹੀਂ ਕੀਤਾ ਵੀ ਮਾਤਾ ਗੁਜਰੀ ਨੇ ਜਾਂ ਗੁਰੂ ਸਾਹਿਬ ਨੇ ਪੁੱਛਿਆ ਹੋਵੇ ਭਈ ਰੰਗਰੇਟਿਆ ਜੈਤਿਆ ਮਤੀ ਦਾਸ ਦਾ ਹਾਲ ਸੁਣਾ, ਤੂੰ
गुरु तेग बहादुर जी का सीस लैके आ गया, उन्होंने धड़ का की बनया? भई सतीदास का की बनया, भाई दयाला जी का की बनया? वो किते भी जिक्र नहीं किया इन्होंने, ठीक है जी। हुण साडा की बनया? साडा जिहड़ा नुकसान होया आ ਉਹਦੇ ਨਾਲ ਸਾਰੀਆਂ ਜਿਹੜੀਆਂ ਘਟਨਾਵਾਂ ਪਿੱਛੋਂ ਜੋੜ ਕੇ ਦੇਖ ਲਓ। ਹੁਣ 9ਵੇਂ ਪਾਤਸ਼ਾਹ ਜਾਂਦੇ ਆ, 10ਵੇਂ ਪਾਤਸ਼ਾਹ ਦੀ ਜਿਹੜੀ ਵਡਿਆਈ ਆ ਉਹ ਗੁਰੂ ਕਿੱਦਾਂ ਬਣਦੇ ਆ, ਉਹ ਹੈਗਾ ਆ ਵੀ ਉਹ ਅੱਖੀ ਪਿੱਛੋਂ ਹੇਮਕੁੰਟ ਤੋਂ ਭਈ ਉਹਨਾਂ ਨੇ ਜੀ ਇੰਨੇ ਜਨਮ ਭਗਤੀ ਕੀਤੀ ਆ, ਫਿਰ ਉਹ ਰੱਬ ਆ ਕੇ ਉਹਨਾਂ ਨੂੰ ਕਹਿੰਦਾ ਆ ਵੀ ਤੁਸੀਂ ਜਾਓ ਧਰਤੀ ਦੇ ਉੱਤੇ ਜਾ ਕੇ ਮੇਰਾ ਪ੍ਰਚਾਰ ਕਰੋ, ਠੀਕ ਹੈ। ਤੇ ਗੁਰੂ ਸਾਹਿਬ 10ਵੇਂ ਪਾਤਸ਼ਾਹ ਕਹਿੰਦੇ ਵੀ ਮੈਂ ਆਉਣਾ ਨਹੀਂ ਸੀ ਚਾਹੁੰਦਾ, ਪਰ ਉਹ ਕਹਿੰਦੇ ਵੀ ਦੇਖ ਇੱਕ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਆ ਜਿਨ੍ਹਾਂ ਨੇ ਬਹੁਤ ਜਨਮ ਭਗਤੀ ਕੀਤੀ ਆ ਤੇ ਜਿਨ੍ਹਾਂ ਨੇ 68 ਤੀਰਥਾਂ ਤੇ ਇਸ਼ਨਾਨ ਕੀਤਾ ਆ, ਉਹਨਾਂ ਦੀ ਤੁਸੀਂ ਗੋਦੀ 'ਚ ਜਾਣਾ ਆ। ਵੀ ਮੈਂ ਚਾਹੁੰਦਾ ਤੁਸੀਂ ਮੇਰਾ ਪੁੱਤਰ ਬਣ ਕੇ ਧਰਤੀ ਤੇ ਜਾਓ ਤੇ ਜਾ ਕੇ ਪ੍ਰਚਾਰ ਮਾਤਰੁਖ ਵਿੱਚ ਜਾਓ ਤੇ ਪ੍ਰਚਾਰ ਕਰੋ। ਪਹਿਲਾਂ ਜਿੰਨੇ ਵੀ ਗਏ ਆ ਉਹ ਸਾਰਿਆਂ ਨੇ ਉੱਥੇ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ। ਇਹ ਸਾਰੀ ਘਟਨਾ ਮੈਂ ਉਹ ਦੱਸ ਰਿਹਾ ਜਿਹੜੀ ਇਤਿਹਾਸ ਨੇ ਸਾਨੂੰ ਦਿੱਤੀ ਆ, ਠੀਕ ਹੈ ਜੀ। ਵੀ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੋ ਗਈ ਆ, 10ਵੇਂ ਪਾਤਸ਼ਾਹ ਗੱਦੀ ਤੇ ਬੈਠ ਗਏ ਆ। ਗੱਦੀ ਤੇ ਤਾਂ ਬੈਠੇ ਮਹਾਨ ਤਾਂ ਹੈ ਕਿਉਂਕਿ ਹੇਮਕੁੰਟ ਭਗਤੀ ਕੀਤੀ ਆ। ਉਦੋਂ ਬਾਅਦ ਅੰਮ੍ਰਿਤ ਸੰਚਾਰ ਦੀ ਘਟਨਾ ਆਉਂਦੀ ਆ, ਵਿਚਾਲੇ ਹੋਰ ਲੜਾਈਆਂ ਹੋ ਰਹੀਆਂ ਆ। ਜਦੋਂ ਅੰਮ੍ਰਿਤ ਸੰਚਾਰ ਦੀ ਘਟਨਾ ਹੁੰਦੀ ਆ ਫਿਰ ਕੋਈ ਆ ਕੇ ਉਹਨਾਂ ਨੂੰ ਕਹਿੰਦਾ ਆ ਵੀ ਮੈਂ ਦੱਸਦਾ ਵੀ ਤੁਸੀਂ ਏਦਾਂ ਏਦਾਂ ਜੱਗ ਕਰੋ ਤਾਂ ਦੇਵੀ ਪ੍ਰਗਟ ਹੋ ਜਾਊਗੀ, ਉਹ ਤੋਂ ਤਾਕਤ ਮਿਲੂਗੀ। ਦੇਵੀ ਉਹ ਆ ਜਿਹੜੀ ਸਾਰੇ 10ਵੇਂ ਗ੍ਰੰਥ ਵਿੱਚ ਜਿਹਦਾ ਜਸ ਗਾਇਆ ਗਿਆ ਹੈ, ਜੋ ਕੁਛ ਪਹਿਲਾਂ ਸਦੀਆਂ ਤੋਂ ਕੋਈ ਕਾਲਪਨਿਕ ਇਦਾਂ ਦੀ ਸ਼ਕਤੀ ਮੰਨ ਕੇ ਉਹਦਾ ਜਸ ਗਾਇਆ ਜਾਂਦਾ ਸੀ ਕਿ ਉਹ ਇਦਾਂ ਕਰ ਦਿੰਦੀ ਆ, ਇਦਾਂ ਕਰ ਦਿੰਦੀ, ਦੈਤਾਂ ਨੂੰ ਮਾਰ ਦਿੰਦੀ ਆ, ਨਾਸ਼ ਕਰ ਦਿੰਦੀ ਆ। ਜਦ ਕਿ ਜਦੋਂ ਕੋਈ ਫਿਜ਼ੀਕਲੀ ਹਮਲਾ ਕਰਨ ਆਉਂਦਾ ਉਸ ਵੇਲੇ ਕੋਈ ਤਾਕਤ ਸਾਹਮਣੇ ਨਹੀਂ ਆਉਂਦੀ। ਉਹ ਸਾਰੇ ਕੁਝ ਦਾ ਖੰਡਨ 9 ਪਾਤਸ਼ਾਹੀਆਂ ਪਹਿਲਾਂ ਤੋਂ ਕਰਦੀਆਂ ਆ ਰਹੀਆਂ ਆ ਵੀ ਭਾਈ ਕਿਸੇ ਕ੍ਰਿਸ਼ਨ ਨੇ ਚੱਕਰ ਨਹੀਂ, ਕਿਸੇ ਦ੍ਰੋਪਦੀ ਦੀ ਇੱਜ਼ਤ ਬਚਾਉਣ ਕਿਸੇ ਰੱਬ ਨੇ ਨਹੀਂ ਆਉਣਾ, ਤੁਹਾਨੂੰ ਖੁਦ ਕਰਨਾ ਪੈਣਾ ਆ। ਫਿਰ ਵੀ 10ਵੇਂ ਪਾਤਸ਼ਾਹ ਨਾਲ ਘਟਨਾ ਜੋੜੀ ਜਾਂਦੀ ਤੇ ਦੇਵੀ ਉਹ ਆ ਜਿਹੜੀ ਹੇਮਕੁੰਟ ਦੇ ਵਿੱਚ 10ਵੇਂ ਪਾਤਸ਼ਾਹ ਪਿਛਲੇ 10 ਜਿੰਨੇ ਵੀ ਜਨਮ ਭਗਤੀ ਕਰਦੇ ਆ ਉੱਥੇ ਨਾਲ ਬੈਠੀ ਉਹਦੇ ਭਗਤੀ ਕਰ ਰਹੀ ਹੈ। ਉਹ ਆ ਕੇ ਫਿਰ ਆਪਣੀਆਂ ਸ਼ਕਤੀਆਂ ਆਪਣੀ ਤਾਕਤ ਦਿੰਦੀ ਆ, ਉਹ ਕਿਰਪਾਨ ਕਰਦ ਵੀ ਦਿੰਦੀ ਆ ਤੇ ਉਹਦਾ ਜਿਹੜਾ ਚੌਰ ਬਰਦਾਰ ਆ ਉਹ ਕਸ਼ਹਿਰਾ ਦੇ ਆਪਣੀ ਲੰਗੋਟੀ ਜਿਹੜੀ ਉਹ ਦਿੰਦਾ ਆ, ਠੀਕ ਹੈ। ਤੇ ਉਹ ਘਟਨਾ ਨੂੰ ਉਹੀ ਤਰੀਕਾ ਦੱਸਦੀ ਹੈ ਪੈਦਾ ਦਾ ਕਰ। ਇੱਕ ਇਹ ਨਜ਼ਰੀਆ ਜਿਹੜਾ ਸਾਨੂੰ ਦਿੱਤਾ ਗਿਆ ਆ। ਹੁਣ ਜਿਹੜਾ ਜੋ ਅਸੀਂ ਵਿਚਾਰਨਾ ਚਾਹੁੰਦੇ ਆ ਉਹ ਇਹ ਆ, ਉਹਨੂੰ ਦੇਖੀਏ, ਥੋੜਾ ਜਿਹਾ ਖਿਆਲ ਕਰੀਏ। ਉਹ ਇਹ ਆ ਭਈ ਤੁਸੀਂ ਜਦੋਂ ਵੀ ਇਸ ਘਟਨਾ ਨੂੰ ਦੇਖਣਾ ਆ ਉਦੋਂ 9 ਪਾਤਸ਼ਾਹੀਆਂ ਦੀ ਜਿਹੜੀ ਇੱਕ ਆਪਣੀ ਐਜ਼ ਏ ਆਗੂ ਉਹਨਾਂ ਦੀ ਤਾਕਤ ਆ ਉਹਨੂੰ ਦੇਖੋ, ਉਹਨੂੰ ਮੰਨ ਕੇ ਸਾਹਮਣੇ ਉਹ ਲੈ ਕੇ ਆਓ। ਭਈ 5ਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਆ, ਕੀ ਕਿਸੇ ਸਿੱਖ ਨੇ ਕਿਸੇ ਗੁਰੂ ਦੇ ਪਿਆਰੇ ਨੇ ਉਹਨਾਂ ਦੇ ਸਰੀਰ ਨੂੰ ਇਦਾਂ ਉੱਥੋਂ ਲਿਆ ਕੇ ਗੁਰੂ ਹਰਗੋਬਿੰਦ ਨੂੰ ਦੇਣ ਦੀ ਕੋਸ਼ਿਸ਼ ਕੀਤੀ ਆ? ਜੇ ਨਹੀਂ ਤਾਂ ਕੀ 5ਵੇਂ ਪਾਤਸ਼ਾਹ ਦਾ ਜਸ ਘਟ ਗਿਆ ਜਾਂ 6ਵੇਂ ਪਾਤਸ਼ਾਹ ਯੋਗ ਆਗੂ ਨਹੀਂ ਰਹੇ, ਉਹ ਸਤਿਗੁਰੂ ਨਹੀਂ ਹੋਏ, ਉਹ ਗੁਰੂ ਨਹੀਂ ਹੋਏ? ਫਿਰ ਇਹ ਘਟਨਾ ਜਿਹੜੀ ਆ 9ਵੇਂ ਪਾਤਸ਼ਾਹ ਦਾ ਸੀਸ ਆਉਂਦਾ ਆ। ਫਿਰ ਇਹ ਕਹਿੰਦੇ ਜਦੋਂ ਸਿੱਖ ਦੀ ਜਾਤ ਪਾਤ ਹੈ ਨਹੀਂ, ਫਿਰ ਗੁਰੂ ਸਾਹਿਬ ਇਹ ਕਿਉਂ ਨਹੀਂ ਕਹਿੰਦੇ ਵੀ ਜੈਤਿਆ ਤੂੰ ਤਾਂ ਕਾਲਜਾ ਆ ਮੇਰਾ, ਤੂੰ ਤਾਂ ਮੇਰਾ ਸਭ ਕੁਛ ਆ, ਤੂੰ ਤਾਂ ਅੱਜ ਮੇਰੀ ਲਾਜ ਰੱਖ ਲਈ ਆ? ਇਹ ਰੰਗਰੇਟਾ ਕਿਉਂ ਕਹਿ ਰਹੇ ਆ ਉੱਥੇ? ਰੰਗਰੇਟਾ ਗੁਰੂ का बेटा क्यों जात का लिया के विच बाड़ी आ? ਜਦੋਂ ਇਹ ਸਵਾਲ ਤੁਹਾਡੇ ਦਿਮਾਗ 'ਚ ਆਉਣੇ ਆ ਨਾ ਫਿਰ ਤੁਹਾਨੂੰ ਪਤਾ ਲੱਗਣਾ ਵੀ ਨਹੀਂ ਇੱਥੇ ਕੁਛ ਨਾ ਕੁਛ ਹੋਇਆ ਹੈ। ਕਿਉਂਕਿ ਇਹਦੇ ਨਾਲ ਹੀ ਇੱਕ ਤਾਂ ਅਗਲੇ ਨੇ ਉਹ ਜਿਨ੍ਹਾਂ ਨੂੰ ਅਗਲੇ ਨੇ ਨਾਲੀਆਂ ਸਾਫ਼ ਕਰਨ ਲਈ ਜਿਨ੍ਹਾਂ ਦਾ ਪਰਛਾਵਾਂ ਉਹਨਾਂ ਦੇ ਦਿਮਾਗ 'ਚ ਪਾਇਆ ਸੀ ਨਾ ਵੀ ਪਰਛਾਵਾਂ ਵੀ ਨੇੜੇ ਨਾ ਪੈਣ ਦੇਵੇ, ਉਹ ਲਿਆ ਕੇ ਵਿੱਚ ਸਿਰਾਂ ਦੇ ਉੱਤੇ ਬਿਠਾ ਦਿੱਤੇ। ਕੋਈ ਟ੍ਰੇਨਿੰਗ ਨਹੀਂ, ਕੋਈ ਕੁਛ ਨਹੀਂ ਹੈਗਾ। ਦੇਵੀ ਦਾ ਅੰਮ੍ਰਿਤ ਆ, ਉਹ ਅੰਮ੍ਰਿਤ ਇੱਕ ਸਰੀਰ ਨੂੰ ਫਰਕ ਪਿਆ ਆ। ਜਿਹੜੀ ਦਿਮਾਗ ਦੀ ਟ੍ਰੇਨਿੰਗ ਸੀ, ਜਿਹੜੀ ਸੋਚ ਸੀ ਜਿਹਦੇ ਨਾਲ ਜਾਤ ਪਾਤ ਖਤਮ ਹੋਣੀ ਸੀ, ਉਹ ਕਿਤੇ ਨਹੀਂ ਹੈਗੀ। ਬਸ ਕੋਈ ਵੀ ਗੁਰਲਾਲ ਕੋਈ ਵੀ ਗੁਰਪ੍ਰੀਤ ਉੱਠਦਾ ਆ, ਉੱਠ ਕੇ ਪਾ ਕੇ ਕੱਪੜੇ ਦਾੜਾ ਰੱਖ ਕੇ ਗੁਰੂ ਕੇ ਸਿੱਖ ਗੁਰੂ ਕੇ ਲਾਲ ਲਾਲਾ ਲਾਲਾ ਰੰਗਰੇਟੇ ਗੁਰੂ ਕੇ ਬੇਟੇ ਲਿਆ ਕੇ ਸਿਰਾਂ ਦੇ ਉੱਤੇ ਦੇ ਤੇਰੀ ਦੀ। ਜਦੋਂ ਦੂਜਾ ਅਕਾਊਂਟ ਬਣਾ ਕੇ ਮਾਂ ਭੈਣ ਉਹ ਕਰਦੇ ਜਿਹੜੀ ਰਹੇ ਰੱਬ ਦਾ ਨਾਂ, ਆ ਕੇ ਸਾਡੇ ਸਿਰਾਂ ਦੇ ਉੱਤੇ ਬਹਿ ਗਿਆ। ਉਹ
ठीक है जी। हुण तुसीं नॉर्मल जिद्दां 9 पातशाहियां पहलियां 8 पातशाहियां दा जीवन है ना, उस तरीके नाल देखो। 5वें पातशाह नूं जहांगीर किसी भी तरीके नाल सददा है, गल हुंदी है ना। हुण उसे तरीके नाल 9वें पातशाह औरंगजेब नूं मिलण जांदे आ, नाल उन्हां दे 3 सिੱਖਿਆ। ठीक है जी। अगला औरंगजेब का यह इरादा आ, उत्थे कुछ बचाउण दी गल नहीं हैगी, एक बादशाह का इरादा आ भी वो अपने लोगों नूं, अपने एहलकारां नूं कह रहा है भी जिहड़े नाल आ ना सागू दे, ये डोर नहीं ना रहा उत्थे, सॉरी कोई कश्मीर दे पंडित नहीं जा रहा, कोई कुछ नहीं हो रहा, क्योंकि जिहड़ा तरीका सी ना 6वें पातशाह दीयां जंगां दा, उही तरीका तेग बहादुर ने अपनाउणा सीगा। टाइम बाई होया आ, उहदे विच ही हर राय ते हर किश नूं गद्दी दे के थोड़ा जिहा टाइम लंघ गया। उस वेले अगवाई तेग बहादुर ही करते रहे आ। जदों तेग बहादुर आप गुरगद्दी नूं संभालदे आ, आप जिम्मेवारी लैंदे आ, ते बादशाही नूं फिकर पै रिहा आ भी भाई ये तां ओह बंदा है जिहड़ा 6वें पातशाह दे टाइम इस तरीके नाल अगवाई करदा लड़दा रहा है, हुण की करूगा। ठीक है जी। तो वह जिहड़ा अत्याचार आ उहदा वध जा रहा, कोई भी सबब बणिया होऊगा उत्थे। ठीक है, बादशाह ने आप बुलाया होगा या गुरु साहब ने कहा होगा भी ठहर जरा तेन मैं दसदा, तेरे नाल दो गल्लां मैं करदा अखां चक्खां पा के, ते जाके उन्हें डराया। कोई गलबात किसी भी तरह हुई होगी। बादशाह कह रहा एहलकारां नूं भी भाई ये जिस तरीके नाल कर रहा है, एक बारी जिहड़े इहदे नाल दे आ ना उन्हां नूं तसीहे दिओ जरा, मैं तुहानूं दसदा ये दहलदा किद्दां आ, ये ना तड़फे, इहनूं पा के रूम दे विच वलेट के इहनूं लाओ अग जरा के, इहनूं सिੱਟੋ, इहनूं देग दे विच उबाला दिओ, इहनूं पाओ पिंजरे दे सामने करो ने, इहनूं तां प्यारे बहुत आ। जदों तुसीं चीरना ना आरे ना देखिओ तड़फना किद्दां है, इहनूं तां लिलकड़ियां कड्ढणियां, सारा कुछ मनण नूं तैयार हो जाना। ठीक है, वो तसीहे दिंदे आ, गुरु साहब डोलदे नहीं। ठीक है, अखीर दे विच अगले सीस कतल कर दिंदे आ। उत्थे गुरबाणी कहंदी आ भी जो मृतक को चंदन चढ़ावै उसते कहो कबन फल, जो मृतक को विष्टा माहे रड़ाई तो मृतक का क्या कट जाई। 10वें पातशाह दे अपने जीवन काल दौरान उन्होंने 2 साहिबजादे चमकौर की गढ़ी दे विच ऐदां कट्टे बड्डे पए आ, ते भाई दया सिंह अपनी दस्तार लैके उन्होंने पुछ रहे, पातशाह कफन तां नहीं हैगा, जाण तो पहला इन्हां ते आ दस्तार दा टुकड़ा पा दियां। ते गुरु साहब कहंदे नहीं, इदां ना होवे भी लोग ये कहण भी इन पुत होर समझे सिख होर समझे आ, मैं इदां नहीं कर सकदा भी इन्हां दोहां दे उत्ते कफन पा दियां ते बाकी लाशां मैं रहण दियां। नहीं, ठीक है, बस उही स्नेहा जे कोई लैके भी आया होगा सीस, ते माता गुजरी ने पूछया होगा भी मेरे पति का सीस तां लै आया, जिहड़े नाल दे 3 जिहड़ा उबालिया गया, जिहड़ा कट्टिया गया आरे दे नाल, मृतक नूं लैके इत्थे की करना आया साडे कोल, पुछया होगा माता गुजरी ने। उत्थे कोई गोबिंद राय ने, दुष्ट दमन ने कोई भगती नहीं की। जिम्मेवारी गुरु तेग बहादुर जाण तो पहला माता गुजरी नूं जिम्मेवारी दे के सारी उन्हां सलाह करके गए आ भी ए कुछ भी वापर सकदा। मेरी गल करन दे नाल हो सकदा बाबर गुरु नानक पातशाह दे मोहरे बह के कन्विंस हो गया सी, अकबर भाई जेठा जी तो कन्विंस हो गया सीगा, हो सकदा मेरियां गल्लां दे नाल मैं उहनूं मना लवां, पर एक गल आ ਉਹਦਾ ਆਲਾ ਦੁਆਲਾ ਜਿਹੜਾ औरंगजेब ਦਾ ਬੜਾ ਜ਼ਾਲਮ ਆ, ਹੋ ਸਕਦਾ ਇੱਥੇ ਤੱਕ ਹੋ ਜਾਵੇ। ਅੱਜ ਲੋੜ ਆ ਸਾਨੂੰ ਖੜਨੇ ਦੀ, ਭਾਵੇਂ ਬੋਟੀ ਕਰਦਾ ਹੈ, ਅਸੀਂ ਆਪਣੀ ਗੱਲ ਤੋਂ ਟਸ ਤੋਂ ਮਸ ਨਹੀਂ ਹੋਣਾ। ਇੱਥੇ ਕੰਮ ਪਹੁੰਚਾ ਆ, ਪਿੱਛੇ ਇਦਾਂ ਚਲਾਉਣਾ। ਜ਼ਿੰਮੇਵਾਰੀ ਮਾਤਾ ਗੁਜਰੀ ਨੂੰ ਸਾਰੀ ਦੇ ਕੇ ਸਮਝਾ ਕੇ ਹਾਲਾਤ ਗਏ ਹੋਣ, ਜਦੋਂ ਉੱਥੋਂ ਖਬਰ ਮਿਲਦੀ ਆ ਉਹ ਗੋਬਿੰਦ ਰਾਏ ਨੂੰ ਬਿਠਾਲ ਕੇ ਆਪ ਸਮਝਾਉਂਦੇ, ਆਪ ਟ੍ਰੇਨਿੰਗ ਕਰਾਉਂਦੇ ਆ। हेमकुंट की भगती दे नाल किसी देवी के प्रगट होने नाल अमृत संचार नहीं हो रहा, माता गुजरी की ट्रेनिंग नाल लड़ाइयां लड़ रहे हैं, माता गुजरी की ट्रेनिंग दे नाल सारा कुछ वो गोबिंद राय कर रहे हैं। ठीक है, हुण एक नज़रिया यह आ, तुसीं आप सिख होने के नाते, गुरु साहब के श्रद्धालु होने के नाते ये सोच के देखिए भी गुरु साहब की इज्जत किहदे नाल बनदी है, कि हेमकुंट की भगती नाल बनदी है, कि किसी रंगरेटे नूं बेटा कहना बनती है। सिक्खी 9 पातशाहियां दी सिक्खी कित्थे गई? जे मरदाने नूं यही कहते रहते भी मरासी तू तां मेरा साथी, मरासी तू तां मेरी जान, ओ शूद्रा तू तां मेरी जान तो प्यारा, वो ठीक सी? जां उहनूं ये भाई कहना, भाई मरदाना जिहड़ा नानक दा साथी हो गया वो तो भाई हो गया, उहदी जात किद्दां, वो मरासी किद्दां रह गया, वो शूद्र किद्दां रह गया? फिर वो तो फिर भाई जैता, जे भाई जैता जे भाई आ गुरु साहब दा तां रंगरेटा किद्दां रह गया? हो जे रह गया आ ते चाल किसी होर दी आ, हो जरूर किसी ने बाड़िया, और एक नहीं बाड़िया, उहदे राहीं सारा कुछ लिया के मड़िया मिट कीता साडा। ठीक है जी, ये बेनती आ तुहानूं श्रोतिਆਂ ਨੂੰ।
ਆਪ ਦੇਖਿਓ, ਖਿਆਲ ਕਰਿਓ ਵੀ ਗੁਰੂ ਸਾਹਿਬ ਲੈ ਕੇ ਕਿੱਥੇ ਜਾਣਾ ਚਾਹੁੰਦੇ ਆ। ਗੁਰੂ ਨਾਨਕ ਪਾਤਸ਼ਾਹ ਸੁਪਨਾ ਕਿੱਦਾਂ ਦਾ ਦੇਖਦੇ ਆ, ਕੀ ਕਰਨਾ ਚਾਹੁੰਦੇ ਆ, ਤੇ ਅਸੀਂ ਕੀ ਬਣਾ ਦਿੱਤਾ ਉਹਦਾ, ਕਿੱਥੇ ਚੱਲ ਗਏ ਅਸੀਂ।